सत श्री अकाल दोस्तों, मैं पूजा संधू एक बार फिर तो ਤੁਹਾਡਾ मनपसंद प्रोग्राम दिमाग दी बत्ती लैके हाजिर हाँ। ਤੇ ਮੈਨੂੰ ਪਤਾ ਹੈ ਕਿ ਤੁਸੀਂ ਹਰ ਵਾਰ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਹੋ ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ, ਨਵੇਂ ਫੈਕਟਸ ਸੁਣਨ ਨੂੰ ਤੇ ਦੇਖਣ ਨੂੰ ਮਿਲਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਫਿਰ ਤੋਂ ਮੈਂ ਕੁਝ ਨਵੀਆਂ ਜਾਣਕਾਰੀਆਂ ਤੇ ਕੁਝ ਨਵੇਂ ਫੈਕਟ ਲੈ ਕੇ ਤੁਹਾਡੇ ਸਾਹਮਣੇ ਆ ਗਈ ਹਾਂ। ਤੇ ਜਿੱਦਾਂ ਸਾਨੂੰ ਆਪਣੀ ਬਾਡੀ ਦੇ ਲਈ એનર્ਜੀ ਦੀ ਲੋੜ ਹੁੰਦੀ ਹੈ ਤੇ ਉਹ એનર્ਜੀ ਅਸੀਂ ਕਿੱਥੋਂ ਲੈਂਦੇ ਹਾਂ? ਉਹ એનર્ਜੀ ਅਸੀਂ ਐਕਸਰਸਾਈਜ਼ ਕਰਕੇ ਲੈਂਦੇ ਹਾਂ, ਹਨਾ, ਜਾਂ ਕੁਝ ਚੰਗਾ ਪੜ੍ਹ ਕੇ ਜਾਂ ਚੰਗਾ ਕੋਈ ਖੇਡ ਕੇ ਅਸੀਂ ਆਪਣੀ ਬਾਡੀ ਨੂੰ એનર્ਜੀ ਦਿੰਦੇ ਹਾਂ। ਪਰ ਦਿਮਾਗ ਨੂੰ એનર્ਜੀ ਦੀ ਵੀ ਤਾਂ ਲੋੜ ਹੁੰਦੀ ਹੈ। ਸੋ ਅਸੀਂ ਦਿਮਾਗ ਨੂੰ એનર્ਜੀ ਦੇਣ ਵਾਸਤੇ ਕੁਝ ਨਵੇਂ ਫੈਕਟ ਲੱਭਦੇ ਹਾਂ, ਕੁਝ ਜਾਣਕਾਰੀਆਂ ਲੱਭਦੇ ਹਾਂ, ਜਾਂਚ ਪੜਤਾਲ ਕਰਦੇ ਹਾਂ, ਆਲਾ ਦੁਆਲਾ ਦੇਖਦੇ ਹਾਂ ਤੇ ਕੁਝ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਆਪਣੇ ਦਿਮਾਗ ਦੀ ਸ਼ਮਤਾ ਨੂੰ ਵਧਾਉਂਦੇ ਹਾਂ, ਆਪਣੀਆਂ ਜਾਣਕਾਰੀਆਂ ਨੂੰ ਵਧਾਉਂਦੇ ਹਾਂ, ਹਨਾ। ਸੋ ਇਸੇ ਹੀ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਫੈਕਟ ਤੇ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਦਿਮਾਗ ਦੀ એનર્ਜੀ ਹੋਰ ਜ਼ਿਆਦਾ ਵੱਧ ਸਕੇ, ਤੁਹਾਡੀ ਨੌਲੇਜ ਹੋਰ ਜ਼ਿਆਦਾ ਵੱਧ ਸਕੇ। ਸੋ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਵਿੱਚ ਕੁਝ ਐਦਾਂ ਦੇ ਲੋਕ ਹੋਏ ਨੇ, ਉਹਨਾਂ ਦੇ ਕੋਲ ਇੱਦਾਂ ਦੀਆਂ ਕੁਝ ਟੈਕਨੀਕ ਸੀ, ਕੁਝ ਇੱਦਾਂ ਦੇ ਗੁਣ ਸੀ। ਵੈਸੇ ਤਾਂ ਹਰ ਇੱਕ ਇਨਸਾਨ ਦੇ ਕੋਲੋਂ ਕੋਈ ਨਾ ਕੋਈ ਗੁਣ ਤਾਂ ਹੁੰਦਾ ਹੀ ਹੈ, ਪਰ ਕੁਝ ਲੋਕਾਂ ਦੇ ਕੋਲ ਅਜਿਹੇ ਗੁਣ ਹੁੰਦੇ ਹਨ ਜਿਹਦੇ ਨਾਲ ਦੁਨੀਆ ਬਦਲ ਸਕਦੀ ਹੈ। ਸੋ ਅਸੀਂ ਅੱਜ ਉਹਨਾਂ ਲੋਕਾਂ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੀਆਂ ਟੈਕਨੀਕਸ ਅਗਰ ਸਮੇਂ ਸਿਰ ਬਾਹਰ ਆ ਗਈਆਂ ਹੁੰਦੀਆਂ ਤੇ ਅੱਜ ਸ਼ਾਇਦ ਦੁਨੀਆ ਕੁਝ ਹੋਰ ਹੀ ਹੁੰਦੀ। ਸੋ ਗੱਲ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ ਵੱਧਦੇ ਹਾਂ ਅਸੀਂ ਆਪਣੇ ਪਹਿਲੇ ਫੈਕਟ ਦੇ ਵੱਲ। ਸੋ ਜੀ ਚੱਲਦੇ ਹਾਂ ਪਹਿਲੇ ਫੈਕਟ ਦੇ ਵੱਲ ਔਰ ਜਾਣਦੇ ਹਾਂ ਉਹਨਾਂ ਲੋਕਾਂ ਦੇ ਬਾਰੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਐਂਜਲੋ ਫੈਟੀਕੋਨੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੁਨੀਆ ਵਿੱਚ ਹਰ ਕੋਈ ਡੁੱਬ ਸਕਦਾ ਹੈ, ਪਰ ਸਿਰਫ ਇਸ ਇਨਸਾਨ ਨੂੰ ਛੱਡ ਕੇ ਤੇ ਉਹਨਾਂ ਦੇ ਛੋਟੇ ਹੁੰਦੇ ਤੋਂ ਹੀ ਇਹ ਆਪਣੀ ਖੂਬੀ ਲੁਕੋ ਲਈ ਸੀ। ਮਤਲਬ ਲੁਕੋ ਤਾਂ ਲਈ ਸੀ, ਨਾਲ ਹੀ ਨਾਲ ਉਸਨੂੰ ਲੱਭ ਵੀ ਲਿਆ ਸੀਗਾ ਤੇ ਦੁਨੀਆ ਤੋਂ ਲੁਕੋ ਲਿਆ ਸੀ। ਇਹ ਡੁੱਬ ਨਹੀਂ ਸਕਦੇ। ਇਸ ਇਨਸਾਨ ਨੇ ਆਪਣੀ ਖੂਬੀ ਦਿਖਾ ਕੇ ਸੋਚਣ ਲਈ ਲੋਕਾਂ ਨੂੰ ਮਜਬੂਰ ਕਰ ਦਿੱਤਾ ਅਤੇ ਜਿਸ ਕਾਰਨ ਇਹਨਾਂ ਦਾ ਨਾਮ ਹਿਊਮਨ ਕਾਰਕ ਰੱਖ ਦਿੱਤਾ ਗਿਆ ਸੀ। ਤੇ ਇਹ ਇਨਸਾਨ ਪਾਣੀ ਵਿੱਚ ਬਿਨਾਂ ਹੱਥ ਪੈਰ ਮਾਰੇ ਤੋਂ ਇਸ ਤਰ੍ਹਾਂ ਪਿਆ ਰਹਿੰਦਾ ਸੀ ਜਿਵੇਂ ਉਹ ਬੈੱਡ ਤੇ ਪਿਆ ਹੋਵੇ। ਤੇ ਤੁਹਾਨੂੰ ਦੱਸ ਦਈਏ ਕਿ ਵਿਗਿਆਨਿਕਾਂ ਨੇ ਇਸ ਦੀ ਬਾਡੀ ਤੇ ਬਹੁਤ ਜ਼ਿਆਦਾ ਐਕਸਪੈਰੀਮੈਂਟ ਕੀਤੇ ਨੇ ਕਿ ਇਹ ਇਨਸਾਨ ਡੁੱਬਦਾ ਕਿਉਂ ਨਹੀਂ ਹੈ, ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ। ਤੇ ਹੋਰ ਵਿਗਿਆਨਿਕਾਂ ਨੇ 9 ਕਿਲੋ ਦਾ ਪੱਥਰ ਬੰਨ੍ਹ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਛੱਡ ਦਿੱਤਾ ਅਤੇ ਉਹ 15 ਘੰਟੇ ਬਾਅਦ ਵੀ ਨਹੀਂ ਡੁੱਬੇ। ਤੇ ਇਸ ਤੋਂ ਬਾਅਦ ਵਿਗਿਆਨਿਕਾਂ ਨੇ ਕਿਹਾ ਕਿ ਇਹਨਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਹਵਾ ਭਰੀ ਹੋਈ ਹੈ ਜੋ ਇਹਨਾਂ ਨੂੰ ਡੁੱਬਣ ਨਹੀਂ ਦਿੰਦੀ। ਪਰ ਇਹ ਸਿਰਫ ਮਨ ਨੂੰ ਦਿਲਾਸਾ ਦੇਣ ਵਾਲੀ ਗੱਲ ਸੀ। ਅਸਲ ਸੱਚਾਈ ਨੂੰ ਕੋਈ ਵੀ ਨਹੀਂ ਜਾਣ ਸਕਿਆ ਅਤੇ ਸਾਰੇ ਟੈਸਟ ਕਰਨ ਤੋਂ ਬਾਅਦ ਐਂਜਲੋ ਨੇ ਇੱਕ ਵਾਅਦਾ ਕੀਤਾ ਕਿ ਉਹ ਸਾਰੀ ਦੁਨੀਆ ਨੂੰ ਆਪਣੇ ਨਾ ਡੁੱਬਣ ਦਾ ਰਾਜ਼ ਦੱਸੇਗਾ। ਪਰ ਅਚਾਨਕ ਹੀ 1913 ਵਿੱਚ ਉਸ ਇਨਸਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਹ ਰਾਜ਼ ਉਹਨਾਂ ਦੇ ਨਾਲ ਹੀ ਕਬਰ ਦੇ ਵਿੱਚ ਦਫਨ ਹੋ ਗਿਆ। ਤੇ ਅੱਜ ਵੀ ਵਿਗਿਆਨਕ ਇਸ ਚੀਜ਼ ਤੇ ਖੋਜ ਕਰ ਰਹੇ ਨੇ ਕਿ ਉਹ ਇਨਸਾਨ ਡੁੱਬ ਕਿਉਂ ਨਹੀਂ ਸਕਦਾ ਸੀ। ਹੈ ਨਾ ਇੱਕ ਮਜ਼ੇਦਾਰ ਫੈਕਟ ਕਿ ਇੱਕ ਇਨਸਾਨ ਡੁੱਬ ਹੀ ਨਹੀਂ ਸਕਦਾ ਸੀ ਪਾਣੀ ਦੇ ਵਿੱਚ। ਮਤਲਬ ਕਿ ਨਾ ਤਾਂ ਉਹਨੂੰ ਤੈਰਨਾ ਸਿੱਖਣਾ ਪਿਆ ਔਰ ਨਾ ਹੀ ਉਸਨੂੰ ਇਸ ਗੱਲ ਦਾ ਡਰ ਸੀ ਕਿ ਅਗਰ ਉਸਨੂੰ ਤੈਰਨਾ ਨਹੀਂ ਆਉਂਦਾ ਤੇ ਉਹ ਪਾਣੀ ਦੇ ਵਿੱਚ ਡੁੱਬ ਜਾਏਗਾ। ਸੋ ਇਹ ਇੱਕ ਉਹਦਾ ਖਾਸ ਗੁਣ ਸੀ ਜਿਹੜਾ ਕਿ ਦੁਨੀਆ ਦੇ ਸਾਹਮਣੇ ਹਜੇ ਤੱਕ ਹੀ ਨਹੀਂ ਆਇਆ ਕਿ ਉਹ ਡੁੱਬ ਕਿਉਂ ਨਹੀਂ ਸਕਦਾ ਸੀ। ਚੱਲਦੇ ਹਾਂ ਜੀ ਅਗਲੇ ਫੈਕਟ ਦੇ ਵੱਲ। ਐਡਵਰਡ ਲੀ ਸਕੈਲਿਨ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਪੱਥਰਾਂ ਦਾ ਕਿਲਾ ਬਣਾਇਆ ਹੋਇਆ ਹੈ। ਪਰ ਜੇ ਅਸੀਂ ਕਹੀਏ ਕਿ ਇਹ ਕਿਲਾ ਸਿਰਫ ਇੱਕ ਇਨਸਾਨ ਦੁਆਰਾ ਬਣਾਇਆ ਗਿਆ ਹੈ, ਉਹ ਵੀ ਬਿਨਾਂ ਕਿਸੇ ਵੀ ਚੀਜ਼ ਦੇ ਸਹਾਰੇ ਤੋਂ। ਇਹਨਾਂ ਸਾਰੇ ਪੱਥਰਾਂ ਦਾ ਵਜ਼ਨ 1100 ਟਨ ਤੋਂ ਥੋੜਾ ਜ਼ਿਆਦਾ ਹੈ ਤੇ ਇਹ ਸਭ ਬਿਨਾਂ ਮਸ਼ੀਨ ਦੀ ਮਦਦ ਤੋਂ ਇੱਕ ਇਨਸਾਨ ਦੇ ਹੱਥਾਂ ਨਾਲ ਬਣਾਇਆ ਗਿਆ। ਤੇ ਇਹਦੇ ਵਿੱਚ 1-2 ਸਟੋਰੀ ਟਾਵਰ ਲਗਾਇਆ ਗਿਆ ਹੈ ਔਰ ਉਹ ਟਾਵਰ ਦਾ ਵਜ਼ਨ 243 ਟਨ ਹੈ। ਤੇ ਇਹ ਪੱਥਰ ਤੇ ਫਲੋਰੀਡਾ ਦਾ ਨਕਸ਼ਾ ਤੇ ਇੱਕ ਦਿਲ ਦੀ ਸ਼ੇਪ ਵਿੱਚ ਟੇਬਲ ਬਣਾਇਆ ਗਿਆ। ਤੇ ਬਹੁਤ ਵੱਡਾ ਅਤੇ ਧੁੱਪ ਨਾਲ ਚੱਲਣ ਵਾਲੀ ਘੜੀ ਤੇ ਪੱਥਰਾਂ ਨਾਲ ਬਣਿਆ ਹੋਇਆ ਸੋਲਰ ਸਿਸਟਮ ਤੇ ਇਹ ਸਿਰਫ ਇੱਕ ਇਨਸਾਨ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਹੈ। ਸੋ ਇੰਨੇ ਭਾਰੀ ਪੱਥਰ ਨੂੰ ਉਸਨੇ ਕਿਵੇਂ ਚੱਕ ਕੇ ਇੰਨੀ ਉਚਾਈ ਤੇ ਰੱਖ ਦਿੱਤਾ, ਉਹ ਵੀ ਬਿਨਾਂ ਕਿਸੇ ਮਸ਼ੀਨ ਦੀ ਮਦਦ ਤੋਂ। ਤੇ ਇਹ ਇਨਸਾਨ ਕੋਲ ਕੋਈ ਅਜਿਹੀ ਸ਼ਕਤੀ ਵੀ ਸੀ ਜਾਂ ਜਿਸ ਨਾਲ ਇਹ ਕੰਮ ਕਰਿਆ ਕਰਦਾ ਸੀ, ਪਰ ਇਹ ਕਿਸੇ ਦੇ ਸਾਹਮਣੇ ਨਹੀਂ ਆਇਆ ਔਰ ਨਾ ਹੀ ਇਹ ਇਨਸਾਨ ਨੇ ਕਿਸੇ ਰੱਸੀ ਤੱਕ ਦੀ ਮਦਦ ਲਈ ਅਤੇ ਇਹ ਪੂਰਾ ਕਿਲਾ ਉਹ ਇਨਸਾਨ ਨੇ 28 ਸਾਲਾਂ ਦੇ ਵਿੱਚ ਬਣਾਇਆ। ਤੇ
इन्ना टाइम उसनू इस करके लग्या क्योंकि ये सिर्फ रात नू काम करया करदा सी, क्योंकि वो पहला ये श्योर करदा सी कि सारे लोग सो चुके ने या फिर नहीं ता उस दी टेक्नीक किसी नू पता ना लग सके। पर फिर भी कुछ लोग कहंदे ने कि असीं उसनू रात नू काम करदे होए देखिया ते कई लोगों ने यह भी दस्सिया कि वो बहुत ही ज्यादा भारी पत्थर नू इदां चुक लैंदा सी जिवें कि किसी गुब्बारे नू चक्किया होवे। उस समय विच ये भी खबर आई सी और खबर पूरी दुनिया विच फैल गई जदों लोकां ने पुछया कि ये किवें कीता जांदा है ਤਾਂ ਐਡਵਰਡ ਨੇ ਸਿਰਫ ਇੰਨਾ ਦੱਸਿਆ ਕਿ ਉਹਨਾਂ ਨੂੰ ਉਹ ਟੈਕਨੀਕ ਮਿਲ ਗਈ ਹੈ ਜਿਸ ਤੋਂ ਇਜਿਪਟ ਦੇ ਵੱਡੇ ਵੱਡੇ ਪਿਰਾਮਿਡ ਬਣਾਏ ਗਏ ਨੇ ਤੇ ਇਹਨਾਂ ਵੱਡੇ ਵੱਡੇ ਪੱਥਰਾਂ ਨੂੰ ਕਿਸੇ ਮਸ਼ੀਨ ਦੀ ਮਦਦ ਤੋਂ ਇਨਸਾਨਾਂ ਦੁਆਰਾ ਹੀ ਰੱਖਿਆ ਗਿਆ ਸੀ। ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਉਸ ਸਮੇਂ ਦੇ ਲੋਕਾਂ ਨੇ ਇੰਨੇ ਭਾਰੀ ਪੱਥਰਾਂ ਨੂੰ ਕਿਵੇਂ ਚੱਕ ਕੇ ਰੱਖ ਦਿੱਤਾ। इस किले ते जिन्ने भी पत्थर लगाए गए ने ये उस जगह तो 16 किलोमीटर दूर पहाड़ी विचों कट के लियांदे गए ने ते उस समय विच कोई साधन भी नहीं हुंदा सी ते एडवर्ड ने बिना किसी साधन तो उस समय किवें पत्थरां नूं चक के इत्थे लियांदा। ये सोचण वाली गल है कि एक इंसान बिना किसी भी मशीन तो बिना किसी रस्सी दी मदद तो इन्ने वड्डे पत्थरां नूं चक के उसनूं एक किले दे रूप विच किवें बना सकदा है। पर सानू अजकल कोई कह लो ना कि पानी का गिलास भी चक लो तो सानू वो भी औखा लगता है, पर उस समय दे विच एडवर्ड ने पत्थरां दे नाल एक किला बना दिता सी, वो भी बिना किसी मशीन दी मदद तो। वधदे हां जी हुण अगले फैक्ट दे वल ते हुण आपां गल करन जा रहे हां अजिहे राज दी जो पुराने समय दे लोकां नूं ही पता सी। ਅਸੀਂ ਗੱਲ ਕਰ ਰਹੇ ਹਾਂ ਨਾਜ਼ਕਾ ਲਾਈਨਸ ਦੀ, पेरू ਦਾ ਨਾਜ਼ਕਾ ਰੇਗਿਸਤਾਨ ਅਜਿਹੀਆਂ ਰੇਖਾਵਾਂ ਅਤੇ ਪਹੇਲੀਆਂ ਦਾ ਸਮੂਹ ਜਿੱਥੇ ਬਹੁਤ ਵੱਡੀਆਂ ਵੱਡੀਆਂ ਪਹੇਲੀਆਂ ਅਤੇ ਰੇਖਾਵਾਂ ਖਿੱਚੀਆਂ ਗਈਆਂ ਨੇ ਜੋ ਆਸਮਾਨ ਤੋਂ ਹੀ ਦਿਖਾਈ ਦਿੰਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਇਹ ਆਕ੍ਰਿਤੀਆਂ 500 BC ਵਿੱਚ ਨਾਜ਼ਕਾ ਸਭਿਅਤਾ ਦੁਆਰਾ ਬਣਾਈਆਂ ਗਈਆਂ ਸੀ ਤੇ ਇਹਨਾਂ ਲਾਈਨਾਂ ਦੇ ਉੱਤੇ ਇਹਨਾਂ ਚਿੱਤਰਾਂ ਨੂੰ ਜ਼ਮੀਨ ਨੂੰ ਖੋਦ ਕੇ ਬਣਾਇਆ ਗਿਆ ਸੀ ਤੇ ਇਹਨਾਂ ਵਿੱਚ ਕੁਝ ਕੁ ਸ਼ਕਲਾਂ ਤਾਂ ਆਮ ਹੀ ਨੇ ਪਰ ਕੁਝ ਜਿਓਮੈਟ੍ਰੀਕਲ ਤੇ ਪੰਛੀਆਂ ਦੀ ਸ਼ੇਪ ਦੇ ਵਿੱਚ ਬਣਾਈਆਂ ਗਈਆਂ ਹਨ ਜਿਨ੍ਹਾਂ ਦੀਆਂ ਬਿਲਕੁਲ ਸਟੀਕ ਅਤੇ ਸਹੀ ਤਰੀਕੇ ਨਾਲ ਲਾਈਨਸ ਖਿੱਚੀਆਂ ਗਈਆਂ ਨੇ। ਉਹ ਇੰਨੇ ਵੱਡੇ ਆਕਾਰ ਦੇ ਵਿੱਚ ਤੇ ਇਹ ਚਿੱਤਰ ਐਡੇ ਵੱਡੇ ਬਣਾਏ ਗਏ ਨੇ ਜੇਕਰ ਜ਼ਮੀਨ ਤੋਂ ਇਹਨਾਂ ਨੂੰ ਦੇਖਿਆ ਜਾਵੇ ਤਾਂ ਇੱਕ ਛੋਟਾ ਜਿਹਾ ਰਸਤਾ ਲੱਗਦਾ ਹੈ ਇਨਸਾਨਾਂ ਦਾ ਲੰਘਣ ਵਾਲਾ ਤੇ ਜਾਂ ਫਿਰ ਕੋਈ ਆਮ ਕੁਦਰਤੀ ਲਾਈਨਸ ਲੱਗਦੀਆਂ ਨੇ ਪਰ ਜਦੋਂ ਇਹਨਾਂ ਨੂੰ ਆਸਮਾਨ ਤੋਂ ਦੇਖਿਆ ਗਿਆ ਤਾਂ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਿਆ ਤੇ ਇਹਨਾਂ ਵਿੱਚ ਸਭ ਤੋਂ ਵੱਡਾ ਚਿੱਤਰ ਲਗਭਗ 300 ਮੀਟਰ ਦਾ ਤੇ ਸਭ ਤੋਂ ਲੰਬੀ ਲਾਈਨ ਲਗਭਗ 14 ਕਿਲੋਮੀਟਰ ਦੀ ਹੈ ਅਤੇ ਇਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਡਿਜ਼ਾਈਨਸ ਬਣਾਏ ਗਏ ਨੇ ਤੇ ਪਰ ਇਹਨਾਂ ਨੂੰ ਕਿਉਂ ਬਣਾਇਆ ਗਿਆ ਸੀ, ਇਹਨਾਂ ਦਾ ਬਣਾਉਣ ਦਾ ਕਾਰਨ ਕੀ ਸੀ, ਇਹ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। 500 BC ਵਿੱਚ ਬਿਨਾਂ ਕਿਸੇ ਹਵਾਈ ਸਹਾਇਤਾ ਤੋਂ ਇੰਨੇ ਸਹੀ ਤਰੀਕੇ ਦੇ ਨਾਲ ਤੇ ਇੰਨੀ ਡਿਟੇਲ ਰੇਖਾਵਾਂ ਵਾਲੇ ਚਿੱਤਰਾਂ ਨੂੰ ਕਿਵੇਂ ਬਣਾਇਆ ਗਿਆ ਹੋਵੇਗਾ ਤੇ ਇਹਨਾਂ ਲਾਈਨਸ ਨੂੰ ਤੁਸੀਂ ਆਪ ਦੀ ਸਕਰੀਨ ਤੇ ਦੇਖ ਸਕਦੇ ਹੋ ਜਿਵੇਂ ਕਿ ਬਿਲਕੁਲ ਨਿਸ਼ਾਨ ਲਗਾ ਕੇ ਖਿੱਚੀਆਂ ਗਈਆਂ ਹੋਣ ਤੇ ਇਹ ਕਈ ਕਿਲੋਮੀਟਰ ਦੇ ਵਿੱਚ ਖਿੱਚੀਆਂ ਗਈਆਂ ਨੇ ਤੇ ਨਾਜ਼ਕਾ ਦੇ ਲੋਕਾਂ ਨੂੰ ਉਸ ਵਕਤ ਇਹ ਉੱਪਰ ਤੋਂ ਦਿਖਾਈ ਦੇਣ ਵਾਲੇ ਡਿਜ਼ਾਈਨ ਨੂੰ ਬਣਾਇਆ ਹੀ ਕਿਉਂ ਜਿਨ੍ਹਾਂ ਨੂੰ ਸਿਰਫ ਆਸਮਾਨ ਤੋਂ ਹੀ ਦੇਖਿਆ ਜਾ ਸਕਦਾ ਹੈ ਜਾਂ ਤਾਂ ਫਿਰ ਉਸ ਵਕਤ ਵੀ ਉੱਡਿਆ ਜਾ ਸਕਦਾ ਸੀ ਤੇ ਜਾਂ ਫਿਰ ਉਹ ਆਪਾਂ ਤੋਂ ਵੀ ਜ਼ਿਆਦਾ ਐਡਵਾਂਸ ਸੀ। ਇਸ ਤੋਂ ਇਹ ਤਾਂ ਸਿੱਧ ਹੁੰਦਾ ਹੈ ਕਿ ਬਿਨਾਂ ਕਿਸੇ ਕਾਰਨ ਤੋਂ ਇਹ ਨਹੀਂ ਬਣਾਈ ਗਈ ਸੀ। ਸੋ ਇਸ ਤੋਂ ਹੀ ਇਹ ਸਾਬਤ ਹੁੰਦਾ ਹੈ ਕਿ ਕੁਝ ਤਾਂ ਅਜਿਹਾ ਹੈ ਜੋ ਸਾਡੀ ਸਾਇੰਸ ਨੂੰ ਹਲੇ ਤੱਕ ਵੀ ਨਹੀਂ ਪਤਾ ਲੱਗ ਸਕਿਆ, ਜੋ ਪਹੇਲੀ ਹਜੇ ਵੀ ਇਦਾਂ ਹੀ ਉਲਝੀ ਹੋਈ ਹੈ। ਗੱਲ ਕਰਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਬਾਰੇ, ਐਕਸਲ ਏਅਰਲੈਂਡਸਨ ਦੀ। ਇਹਨਾਂ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ, ਕਿਹਾ ਜਾਂਦਾ ਹੈ ਕਿ ਪੇੜ ਪੌਦੇ ਇਸ ਇਨਸਾਨ ਦੇ ਇਸ਼ਾਰਿਆਂ ਤੇ ਚੱਲਦੇ ਨੇ ਤੇ ਇਹ ਕਲਾ ਅਜਿਹੀ ਹੈ ਕਿ ਬਿਨਾਂ ਕੱਟੇ ਤੋਂ ਹੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਬਣਾਏ ਜਾਂਦੇ ਨੇ। ਪੇੜ ਪੌਦਿਆਂ ਤੋਂ ਅੱਜ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਡਿਜ਼ਾਈਨਿੰਗ ਕੀਤੀ ਜਾਂਦੀ ਹੈ ਪੌਦਿਆਂ ਨਾਲ, ਪਰ ਅੱਜ ਬਹੁਤ ਸਾਰੀਆਂ ਟੈਕਨੀਕਾਂ ਆ ਗਈਆਂ ਨੇ। ਉਸ ਵਕਤ ਕੋਈ ਟੈਕਨੀਕ ਨਹੀਂ ਸੀ ਤੇ ਇਹ ਕਲਾ ਦੀ ਖੋਜ ਸਵੀਡਨ ਦੇ ਰਹਿਣ ਵਾਲੇ ਇੱਕ ਐਕਸਲ ਏਅਰਲੈਂਡਸਨ ਨੇ ਕੀਤੀ ਸੀ ਤੇ 20ਵੀਂ ਸਦੀ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਤੇ ਸ਼ੁਰੂਆਤ ਵਿੱਚ ਉਸ ਵਕਤ ਉਸਨੇ ਦਰਖਤਾਂ ਨੂੰ ਅਜਿਹੇ ਆਕਾਰ ਦੇ ਦਿੱਤੇ ਸੀ ਜੋ ਅੱਜ ਵੀ ਨਹੀਂ ਦਿੱਤੇ ਜਾਂਦੇ ਤੇ ਹੌਲੀ-ਹੌਲੀ ਉਹਨਾਂ ਦੀ ਇਹ ਕਾਰੀਗਰੀ ਫੇਮਸ ਹੋਣ ਲੱਗੀ ਤੇ ਫਿਰ 1947 ਤੱਕ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਇਹ ਕਾਰੀਗਰੀ ਦੇਖਣ ਲਈ ਲੋਕ ਆਉਣ ਲੱਗੇ ਤੇ ਦਰਖਤਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਦੇ ਕੇ ਉਗਾਉਣਾ ਅੱਜ ਵੀ ਇੱਕ ਰਾਜ਼ ਬਣਿਆ ਹੋਇਆ ਹੈ ਤੇ ਇਹ ਟੈਕਨੀਕ ਦੀ ਖੋਜ ਕਰਨ ਦੇ ਲਈ ਉਹਨਾਂ ਨੂੰ ਕਈ ਸਾਲਾਂ ਦਾ ਸਮਾਂ ਲੱਗਿਆ ਪਰ ਫਿਰ ਵੀ
ਉਹਨਾਂ ਨੇ ਇਹ ਰਾਜ਼ ਕਿਸੇ ਨੂੰ ਨਹੀਂ ਦੱਸਿਆ। ਤੇ ਜਦੋਂ ਲੋਕ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਪੌਦਿਆਂ ਨੂੰ ਏਦਾਂ ਕਿਵੇਂ ਆਕਾਰ ਦੇ ਦਿੰਦੇ ਹੋ, ਤਾਂ ਉਹਨਾਂ ਦਾ ਇੱਕੋ ਜਵਾਬ ਹੁੰਦਾ ਸੀ ਕਿ ਇਹ ਸਾਰੇ ਪੇੜ ਪੌਦੇ ਮੇਰੇ ਨਾਲ ਗੱਲ ਕਰਦੇ ਨੇ ਤੇ ਮੇਰੀ ਗੱਲ ਸੁਣਦੇ ਨੇ, ਤੇ ਇਹ ਜਿਵੇਂ ਹੀ ਉਹਨਾਂ ਨੂੰ ਕਹਿੰਦੇ ਨੇ ਉਹ ਉਸ ਤਰ੍ਹਾਂ ਹੀ ਆਪਣਾ ਆਕਾਰ ਢਾਲ ਲੈਂਦੇ ਨੇ। ਪਰ ਜਦੋਂ ਉਸ ਇਨਸਾਨ ਦੀ 1964 ਵਿੱਚ ਮੌਤ ਹੋ ਗਈ ਤਾਂ ਆਪਣੀ ਮੌਤ ਦੇ ਨਾਲ-ਨਾਲ ਉਹ ਇਹ ਰਾਜ਼ ਨੂੰ ਵੀ ਇੱਕ ਰਾਜ਼ ਹੀ ਬਣਾ ਕੇ ਚਲਾ ਗਿਆ। ਅੱਜ ਸਾਨੂੰ ਇਹ ਪੇੜ ਪੌਦੇ ਸਿੱਧੇ ਦਿਖਾਈ ਦਿੰਦੇ ਹਨ ਜਾਂ ਕਿਸੇ ਹੋਰ ਡਿਜ਼ਾਈਨ ਦੇ ਵਿੱਚ ਦਿਖਾਈ ਦਿੰਦੇ ਹਨ, ਪਰ ਅਗਰ ਉਹ ਇਨਸਾਨ ਇਸ ਰਾਜ਼ ਨੂੰ ਦੱਸ ਦਿੰਦਾ ਜਾਂ ਫਿਰ ਉਹ ਅੱਜ ਜ਼ਿੰਦਾ ਹੁੰਦਾ ਤੇ ਸ਼ਾਇਦ ਇਸ ਨੂੰ ਹੋਰ ਵੀ ਵੱਖਰੇ ਡਿਜ਼ਾਈਨਸ ਦੇ ਵਿੱਚ ਉਗਾਇਆ ਜਾ ਸਕਦਾ ਸੀ। ਸੋ ਜੀ ਹੁਣ ਤਾਂ ਫੈਕਟ ਦੀ ਗੱਲ ਕਰ ਲਈ ਹੈ, ਹੁਣ ਆਪਾਂ ਜਾਣਕਾਰੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਅਜਿਹੀ ਜਾਣਕਾਰੀ ਜਿਹੜੀ ਸਾਡੇ ਆਲੇ ਦੁਆਲੇ ਤਾਂ ਹੈ ਪਰ ਸਾਨੂੰ ਇਸ ਦੇ ਇਤਿਹਾਸ ਦਾ ਪਤਾ ਨਹੀਂ। ਤਾਂ ਚਲੋ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦੇ ਬਾਰੇ। ਗੱਲ ਕਰਦੇ ਹਾਂ ਜੀ ਰੌਥਚਾਈਲਡ ਫੈਮਿਲੀ ਤੇ ਰੌਥਚਾਈਲਡ ਇਸ ਪਰਿਵਾਰ ਦਾ ਸਰਨੇਮ ਹੈ। ਜਿਵੇਂ ਮਾਨ ਪਰਿਵਾਰ ਹੋ ਗਏ, ਸੰਧੂ ਪਰਿਵਾਰ ਹੋ ਗਏ, ਸਿੱਧੂ ਪਰਿਵਾਰ ਹੋ ਗਏ ਜਾਂ ਫਿਰ ਹੋਰ ਜਿਨ੍ਹਾਂ ਦੇ ਸਰਨੇਮ ਲੱਗਦੇ ਨੇ, ਇਦਾਂ ਹੀ ਸਾਰੇ ਪਰਿਵਾਰਾਂ ਦੇ ਵਾਂਗ ਇਹ ਵੀ ਇੱਕ ਪਰਿਵਾਰ ਦਾ ਸਰਨੇਮ ਹੈ ਤੇ ਇਹ ਪਰਿਵਾਰ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ ਹੈ। ਇਹ ਕਿੰਨਾ ਕੁ ਅਮੀਰ ਪਰਿਵਾਰ ਹੈ, ਬੜੇ ਸਾਰੇ ਲੋਕ ਇਸ ਦਾ ਅੰਦਾਜ਼ਾ ਲਗਾਉਂਦੇ ਨੇ। ਕਈ ਲੋਕ ਕਹਿੰਦੇ ਨੇ ਕਿ ਬਿਲ ਗੇਟਸ ਤੋਂ 10 ਗੁਣਾ ਜ਼ਿਆਦਾ ਅਮੀਰ ਪਰਿਵਾਰ ਹੈ, ਕੁਝ 100 ਗੁਣਾ ਕਹਿੰਦੇ ਨੇ ਤੇ ਕੁਝ 200, ਪਰ ਸਾਡੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਇਹ 1000 ਗੁਣਾ ਜ਼ਿਆਦਾ ਅਮੀਰ ਪਰਿਵਾਰ ਹੈ। ਤੇ ਪਰਿਵਾਰ ਕਰਦਾ ਕੀ ਹੈ ਕਿ ਇੰਨਾ ਅਮੀਰ ਹੈ ਜੀ? ਇਹ ਪਰਿਵਾਰ ਪੂਰੀ ਦੁਨੀਆ ਨੂੰ ਚਲਾਉਂਦਾ ਹੈ, ਮਤਲਬ ਲਗਭਗ ਪੂਰੀ ਦੁਨੀਆ ਇਸ ਦੇ ਇਸ਼ਾਰਿਆਂ ਤੇ ਚੱਲਦੀ ਹੈ। ਮਤਲਬ ਪੂਰੀ ਦੁਨੀਆ ਵਿੱਚੋਂ ਨਾਰਥ ਕੋਰੀਆ, ਕਿਊਬਾ ਤੇ ਈਰਾਨ ਤੇ 2-4 ਹੋਰ ਦੇਸ਼ ਛੱਡ ਕੇ ਬਾਕੀ ਸਾਰੀ ਦੁਨੀਆ ਹੀ ਇਸ ਦੇ ਇਸ਼ਾਰਿਆਂ ਤੇ ਚੱਲਦੀ ਹੈ। ਤੇ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਐਵੇਂ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਦੇ ਇਸ਼ਾਰਿਆਂ ਤੇ ਦੁਨੀਆ ਚੱਲਦੀ ਹੈ। ਇਹ ਚੀਜ਼ ਨੂੰ ਸਮਝਣ ਲਈ ਸਾਨੂੰ 200-300 ਸਾਲ ਪਿੱਛੇ ਜਾਣਾ ਪਵੇਗਾ ਕਿ ਉਸ ਸਮੇਂ ਦੁਨੀਆ ਕਿਵੇਂ ਚੱਲਿਆ ਕਰਦੀ ਸੀ। ਇੱਕ ਤਾਂ ਉਸ ਸਮੇਂ ਰਾਜਿਆਂ ਮਹਾਰਾਜਿਆਂ ਦੇ ਸਿੱਕੇ ਚੱਲਿਆ ਕਰਦੇ ਸੀ ਕਿ ਜੋ ਕਿ ਸੋਨੇ ਚਾਂਦੀ ਦੇ ਹੁੰਦੇ ਸੀ, ਤੇ ਇਸ ਤੋਂ ਇਲਾਵਾ ਇੱਕ ਹੋਰ ਤਰੀਕੇ ਨਾਲ ਵੀ ਸਮਾਨ ਦਾ ਲੈਣ ਦੇਣ ਕੀਤਾ ਜਾਂਦਾ ਸੀ। ਮਤਲਬ ਕਿ ਸਮਾਨ ਦੇ ਬਦਲੇ ਸਮਾਨ ਲੈਣਾ, ਯਾਨੀ ਕਿ ਇੱਕ ਪਿੰਡ ਦੇ ਵਿੱਚ ਕੋਈ ਮੱਛੀ ਪਾਲਣ ਕਰਦਾ ਹੁੰਦਾ ਸੀ, ਕੋਈ ਅਨਾਜ ਦੀ ਖੇਤੀ ਕਰਦਾ ਹੁੰਦਾ ਸੀ ਤੇ ਕੋਈ ਲੋਹਾਰ ਹੁੰਦਾ ਸੀ ਤੇ ਕੋਈ ਦੁੱਧ ਦਾ ਕੰਮ ਕਰਦਾ ਸੀ। ਪਰ ਇਸ ਦੇ ਵਿੱਚ ਪ੍ਰੋਬਲਮ ਇਹ ਸੀ ਕਿ ਜਦੋਂ ਲੋਹਾਰ ਨੂੰ ਦੁੱਧ ਚਾਹੀਦਾ ਸੀ ਤਦ ਦੁੱਧ ਵਾਲੇ ਨੂੰ ਲੋਹਾਰ ਦਾ ਭਾਂਡਾ ਨਹੀਂ ਚਾਹੀਦਾ ਹੁੰਦਾ ਸੀ। ਪਰ ਹਰ ਵਾਰ ਲੋਹਾਰ ਤੋਂ ਆਪਾਂ ਲੋਹਾ ਨਹੀਂ ਖਰੀਦ ਸਕਦੇ ਸੀ ਕਿਉਂਕਿ ਸਾਨੂੰ ਲੋੜ ਨਹੀਂ ਸੀ, ਤੇ ਉਸ ਨੂੰ ਕੋਈ ਹੋਰ ਬੰਦਾ ਲੱਭਣਾ ਪੈਂਦਾ ਸੀ ਜਿਸ ਨੂੰ ਉਹ ਆਪਣਾ ਲੋਹੇ ਦਾ ਸਮਾਨ ਦੇ ਕੇ ਉਸ ਤੋਂ ਦੁੱਧ ਲੈ ਸਕੇ, ਅਨਾਜ ਲੈ ਸਕੇ ਜਾਂ ਫਿਰ ਸਬਜ਼ੀ ਲੈ ਸਕੇ। ਸੋ ਇਸ ਕਾਰਨ ਫਿਰ ਚੀਜ਼ਾਂ ਕਰੰਸੀ ਦੇ ਉੱਤੇ ਨਿਰਭਰ ਹੋਣ ਲੱਗੀਆਂ ਤੇ ਸ਼ੁਰੂ ਤੋਂ ਹੀ ਸੋਨਾ ਚਾਂਦੀ ਪੂਰੇ ਟੌਪ ਤੇ ਰਹੀ ਅਤੇ ਉਹ ਉਸ ਸਮੇਂ ਵੀ ਮਾਨਤਾ ਪ੍ਰਾਪਤ ਸੀ ਤੇ ਇਸ ਦੇ ਬਦਲੇ ਕਿਤੇ ਵੀ ਸਮਾਨ ਦਾ ਲੈਣ ਦੇਣ ਕੀਤਾ ਜਾ ਸਕਦਾ ਸੀ। ਪੂਰੀ ਦੁਨੀਆ ਵਿੱਚ ਇਸ ਤੋਂ ਇਲਾਵਾ ਹੀਰੇ ਮੋਤੀ ਤਾਂ ਹੈ ਹੀ ਸੀ, ਪਰ ਸੋਨਾ ਚਾਂਦੀ ਨੂੰ ਢਾਲ ਕੇ ਇਸ ਤੋਂ ਕਈ ਚੀਜ਼ਾਂ ਨੂੰ ਬਣਾਉਣਾ ਜਿਵੇਂ ਕਿ ਸਿੱਕੇ ਵਗੈਰਾ, ਇਹ ਕੰਮ ਆਸਾਨ ਸੀ। ਸੋ ਇਸ ਕਰਕੇ ਸੋਨਾ ਚਾਂਦੀ ਨੂੰ ਉਸ ਸਮੇਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ। ਮਤਲਬ ਕਿ ਕੁੱਲ ਮਿਲਾ ਕੇ ਵਰਲਡ ਵਾਈਡ ਐਕਸੈਪਟਡ ਚੀਜ਼ ਸੀ ਤੇ ਅੱਜ ਵੀ ਸੋਨਾ ਚਾਂਦੀ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਤੇ ਸੋਨਾ ਚਾਂਦੀ ਦੇ ਜਦੋਂ ਸਿੱਕੇ ਬਣਨ ਲੱਗੇ ਤਾਂ ਸੋਨਾ ਇੱਕ ਟ੍ਰੇਡ ਦਾ ਜ਼ਰੀਆ ਬਣ ਗਿਆ, ਮਤਲਬ ਇਹਨਾਂ ਦੇ ਨਾਲ ਹੁਣ ਲੈਣ ਦੇਣ ਕੀਤਾ ਜਾਣ ਲੱਗਿਆ। ਪਰ ਇਸ ਸਮੇਂ ਵੀ ਇੱਕ ਪ੍ਰੋਬਲਮ ਸੀ, ਇੱਕ ਤਾਂ ਸੋਨੇ ਦਾ ਵਜ਼ਨ ਤੇ ਦੂਜੀ ਇਸ ਦੀ ਸਿਕਿਉਰਿਟੀ। ਮਤਲਬ ਜਦੋਂ ਕੋਈ ਵੱਡੀ ਖਰੀਦਦਾਰੀ ਕਰਨੀ ਹੁੰਦੀ ਸੀ ਤਾਂ ਸਿੱਕਿਆਂ ਦਾ ਅਲੱਗ ਝੋਲਾ ਜਾਂ ਬੈਗ ਲੈ ਕੇ ਜਾਣਾ ਪੈਂਦਾ ਸੀ ਤੇ ਦੂਜਾ ਨੰਬਰ ਉਸ ਸਮੇਂ ਵੀ ਸੋਨੇ ਦੀ ਚੋਰੀ ਹੁੰਦੀ ਸੀ। ਇਸ ਦੀ ਸਿਕਿਉਰਿਟੀ ਕਰਨੀ ਇਕੱਲੇ ਬੰਦੇ ਲਈ ਥੋੜੀ ਮੁਸ਼ਕਿਲ ਸੀ ਤੇ ਫਿਰ ਇਹ ਚੀਜ਼ ਨੂੰ ਸੋਲਵ ਕਰਨ ਲਈ ਇਸ ਵਿੱਚ ਐਂਟਰੀ ਹੋਈ ਸੁਨਿਆਰ ਦੀ, ਮਤਲਬ ਕਿ ਸੇਠ ਲੋਕ। ਤੇ ਫਿਰ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣਾ ਸੋਨਾ ਸਾਡੇ ਕੋਲ ਰੱਖੋ ਤੇ ਉਸ ਦੇ ਬਦਲੇ ਅਸੀਂ ਤੁਹਾਨੂੰ ਇੱਕ ਰਸੀਦ ਦੇਵਾਂਗੇ ਕਿ ਤੁਹਾਡੇ 10 ਸਿੱਕੇ ਸਾਡੇ ਕੋਲ ਪਏ ਨੇ ਤੇ ਤੁਹਾਡੇ 50 ਸਿੱਕੇ ਸਾਡੇ ਕੋਲ ਪਏ ਨੇ। ਜਦੋਂ ਵੀ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ਹੈ ਉਦੋਂ ਸਾਨੂੰ ਤੁਸੀਂ ਉਸ ਨੂੰ ਸਾਂਭਣ ਲਈ ਬਣਦੀ ਅੱਧਾ ਸਿੱਕਾ ਜਾਂ ਫਿਰ ਸਿੱਕੇ ਦਾ ਥੋੜਾ ਬਹੁਤ ਟੁਕੜਾ ਦੇ ਦਿਓ ਫੀਸ ਦੇ ਤੌਰ ਤੇ ਫਿਰ ਹੁਣ ਲੋਕਾਂ ਨੂੰ ਰਸੀਦ ਮਿਲਣ ਲੱਗੀ ਸੀ ਤੇ ਹੁਣ ਜਦੋਂ ਲੋਕਾਂ ਨੇ ਖਰੀਦ ਕਰਨੀ ਹੁੰਦੀ ਸੀ ਤਾਂ ਉਹ ਪਹਿਲਾਂ ਸੁਨਿਆਰ ਕੋਲ ਜਾਂਦੇ ਸੀ, ਉਸ ਨੂੰ ਰਸੀਦ ਦਿੰਦੇ ਸੀ ਤੇ ਸੋਨਾ ਲੈ ਕੇ ਆਉਂਦੇ ਸੀ, ਫੇਰ ਖਰੀਦ ਕਰਦੇ ਸੀ। ਤੇ ਇਸੇ ਤਰ੍ਹਾਂ ਜਦੋਂ ਵੀ ਕੁਝ ਖਰੀਦਣਾ ਹੁੰਦਾ ਸੀ
ਬਾਰ-ਬਾਰ ਸੁਨਿਆਰ ਕੋਲ ਜਾਣਾ ਪੈਂਦਾ ਸੀ ਤੇ ਹਰ ਇੱਕ ਬੰਦੇ ਕੋਲ ਫਿਰ ਏਦਾਂ ਦੀਆਂ ਰਸੀਦਾਂ ਇਕੱਠੀਆਂ ਹੋ ਗਈਆਂ ਸੀ। ਕਿਸੇ ਕੋਲ 10 ਸਿੱਕਿਆਂ ਦੀ ਰਸੀਦ ਸੀ ਤੇ ਕਿਸੇ ਕੋਲ 20 ਦੀ। ਫਿਰ ਲੋਕਾਂ ਨੇ ਸੋਚਿਆ ਕਿ ਅਸੀਂ ਬਾਰ-ਬਾਰ ਸੁਨਿਆਰ ਕੋਲ ਜਾਈਏ ਤੇ ਉਸ ਨੂੰ ਹਰ ਵਾਰ ਲੈਣ ਦੇਣ ਦੀ ਫੀਸ ਕਿਉਂ ਦਈਏ। ਸੋ ਆਪਾਂ ਆਪਸ ਵਿੱਚ ਹੀ ਰਸੀਦ ਨਾਲ ਹੀ ਲੈਣ ਦੇਣ ਕਰ ਲੈਂਦੇ ਹਾਂ, ਕਿਉਂਕਿ ਸੋਨਾ ਤਾਂ ਸੁਨਿਆਰ ਕੋਲ ਪਿਆ ਹੈ। ਤੇ ਇਸ ਤੋਂ ਬਾਅਦ ਫਿਰ ਜਦੋਂ ਲੋਕਾਂ ਨੇ ਰਸੀਦਾਂ ਨਾਲ ਹੀ ਲੈਣ ਦੇਣ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸੁਨਿਆਰ ਦੇ ਕੋਲ ਜੋ ਸੋਨਾ ਪਿਆ ਸੀ ਉਹ ਉਹਨਾਂ ਕੋਲ ਪਿਆ ਰਹਿੰਦਾ ਸੀ ਤੇ ਸੁਨਿਆਰਾਂ ਨੂੰ ਫਾਇਦਾ ਤਾਂ ਹੋਵੇ ਜੇ ਕੋਈ ਉਸ ਕੋਲੋਂ ਆਵੇ ਤੇ ਉਸ ਦੇ ਕੋਲੋਂ ਕੋਈ ਰਸੀਦ ਲੈ ਕੇ ਜਾਵੇ ਤੇ ਉਸ ਨੂੰ ਫੀਸ ਦੇਵੇ, ਪਰ ਉਸ ਨੂੰ ਕੋਈ ਲੈਣ ਹੀ ਨਹੀਂ ਆਉਂਦਾ ਸੀ ਕਿਉਂਕਿ ਬਾਕੀਆਂ ਨਾਲ ਹੀ ਅਦਲਾ ਬਦਲੀ ਹੋ ਰਹੀ ਸੀ ਤੇ ਸੁਨਿਆਰਾਂ ਨੂੰ ਹੁਣ ਉਸ ਸੋਨੇ ਤੇ ਕੋਈ ਆਮਦਨ ਨਹੀਂ ਹੋ ਰਹੀ ਸੀ, ਉਹ ਉਹਨਾਂ ਦੇ ਕੋਲ ਹੀ ਜਮਾ ਪਿਆ ਰਹਿੰਦਾ ਸੀ। ਤਾਂ ਇਸ ਤੋਂ ਬਾਅਦ ਫਿਰ ਸੇਠ ਲੋਕਾਂ ਨੇ ਦਿਮਾਗ ਵਿੱਚ ਹੁਸ਼ਿਆਰੀ ਆ ਗਈ ਕਿ ਜੇਕਰ ਲੋਕ ਇਹ ਸੋਨੇ ਨੂੰ ਨਹੀਂ ਲੈ ਸਕਦੇ ਜਾਂ ਨਹੀਂ ਲੈ ਕੇ ਜਾਂਦੇ ਤੇ ਆਪਾਂ ਇਸ ਨੂੰ ਕਿਸੇ ਕੰਮ ਤੇ ਲਾਉਂਦੇ ਆ। ਇਸ ਤੋਂ ਬਾਅਦ ਫਿਰ ਸੇਠ ਲੋਕਾਂ ਨੇ ਕੀ ਕੀਤਾ, ਉਹਨਾਂ ਦੇ ਨਕਲੀ ਰਸੀਦਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮਤਲਬ ਕਿ ਰਸੀਦਾਂ ਛਾਪ ਕੇ ਉਹਨਾਂ ਨੇ ਲੋਨ ਦੇਣਾ ਸ਼ੁਰੂ ਕਰ ਦਿੱਤਾ। ਮਤਲਬ ਲੋਨ ਦੇਣ ਦਾ ਫਾਰਮੂਲਾ ਇਹਨਾਂ ਲੋਕਾਂ ਤੋਂ ਹੀ ਬਣਿਆ ਸੀ ਤੇ ਉਹ ਰਸੀਦ ਤੇ ਲਿਖਿਆ ਹੁੰਦਾ ਸੀ ਕਿ ਮੈਂ ਤੁਹਾਨੂੰ 10 ਸਿੱਕੇ ਜਾਂ 20 ਸਿੱਕੇ ਦੇਣ ਦਾ ਵਚਨ ਦਿੰਦਾ ਹਾਂ ਕਿ ਤੁਸੀਂ ਮੇਥੋਂ 10 ਸਿੱਕਿਆਂ ਦੀ ਰਸੀਦ ਲੈ ਕੇ ਜਾ ਸਕਦੇ ਹੋ। ਉਸ ਦੇ ਬਦਲੇ ਕੋਈ ਕੀਮਤੀ ਚੀਜ਼ ਦੀ ਗਾਰੰਟੀ ਦੇ ਜਾ ਤੇ ਸਾਲ 2 ਸਾਲ ਬਾਅਦ ਜਿੰਨੇ ਸਿੱਕਿਆਂ ਦੀ ਪਰਚੀ ਹੈ ਉਨੇ ਸਿੱਕੇ ਤੂੰ ਮੈਨੂੰ ਵਾਪਸ ਦੇਣੇ ਨੇ 10% ਵਿਆਜ ਤੇ। ਇਹਦਾ ਮਤਲਬ ਸੇਠ ਨੇ ਇੱਕ 10 ਸਿੱਕਿਆਂ ਦੀ ਪਰਚੀ ਬਣਾ ਕੇ ਉਸ ਨੂੰ ਦੇ ਦਿੱਤੀ, ਪਰ ਉਸ ਤੋਂ ਅਸਲੀ 10 ਸਿੱਕੇ ਨਹੀਂ ਲਏ। ਸੋ ਐਗਜ਼ਾਮਪਲ ਦੇ ਤੌਰ ਤੇ ਬੇਸ਼ੱਕ ਹੁਣ ਸੇਠ ਦੇ ਕੋਲ 2 ਸਿੱਕੇ ਨੇ, ਜੇਕਰ ਉਹਨੇ 10 ਸਿੱਕਿਆਂ ਦੀਆਂ 20 ਪਰਚੀਆਂ ਬਣਾਤੀਆਂ ਤਾਂ ਸਮਝੋ ਉਹ 200 ਸਿੱਕੇ ਦੀਆਂ ਪਰਚੀਆਂ ਬਣਾ ਚੁੱਕਿਆ। ਪਰ ਇਸ ਤੋਂ ਬਾਅਦ ਵੀ ਉਹ ਹੋਰ ਪਰਚੀਆਂ ਬਣਾਉਂਦੇ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਵਾਰ ਹੀ ਸਾਰੇ ਬੰਦੇ ਆਪਣਾ ਸੋਨਾ ਨਹੀਂ ਲੈਣ ਆਉਣਗੇ। ਇਹ ਵਿਆਜ ਦਾ ਕਨਸੈਪਟ ਉਦੋਂ ਹੀ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਰਸੀਦਾਂ ਦਾ ਕਨਸੈਪਟ ਹੌਲੀ-ਹੌਲੀ ਇੰਨਾ ਵੱਧਦਾ ਗਿਆ ਕਿ ਅੱਜ ਤੱਕ ਨਹੀਂ ਖਤਮ ਹੋਇਆ। ਤੇ ਤੁਸੀਂ ਜਿੱਦਾਂ ਆਪਣੇ ਕੋਲ ਵੀ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ ਕਿ ਸਾਡੇ ਕੋਲ ਵੀ ਇੱਕ ਰਸੀਦ ਹੈ ਜਿਸ ਨੂੰ ਅਸੀਂ 100 ਦਾ ਨੋਟ ਕਹਿੰਦੇ ਹਾਂ, ਪਰ ਇਹ ਹੈ ਇੱਕ ਰਸੀਦ ਹੀ। इस ਦੇ ਉੱਤੇ ਕੀ ਲਿਖਿਆ ਹੈ कि मैं धारक को 100 रुपया अदा करने का वचन देता हूँ। सो यही सब कुछ ਉਹ ਪੁਰਾਣੀਆਂ ਰਸੀਦਾਂ ਤੇ ਲਿਖਿਆ ਹੁੰਦਾ ਸੀ। ਸੋ ਇਹ ਵਚਨ ਹੀ ਸਾਨੂੰ ਅੱਜ ਤੱਕ ਗੁਲਾਮ ਬਣਾਈ ਬੈਠਾ ਹੈ ਕਿਉਂਕਿ ਇਨਸਾਨ ਅੱਜ ਅਸੀਂ 90% ਕੰਮ ਸਿਰਫ ਇਸ ਕਰਕੇ ਕਰਦੇ ਹਾਂ ਕਿਉਂਕਿ ਉਹ ਚਾਹੁੰਦਾ ਹੈ, ਇਨਸਾਨ ਚਾਹੁੰਦਾ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਰਸੀਦਾਂ ਇਕੱਠੀਆਂ ਕਰ ਲਾਂ ਕਿਉਂਕਿ ਅੱਜ ਇਹ ਚੀਜ਼ ਦਾ ਮੁੱਲ ਹੈ। ਪਰ ਇਹ ਕਦੋਂ ਬੰਦ ਹੋ ਜਾਂਦੀ ਹੈ ਇਸ ਦਾ ਅਤਾ ਪਤਾ ਨਹੀਂ ਹੈ। ਇਨਸਾਨ ਉਹ ਚੀਜ਼ ਤੋਂ ਦੂਰ ਹੋ ਚੁੱਕਿਆ ਹੈ ਜਿਸ ਦਾ ਅਸਲੀ ਮੁੱਲ ਜਿਵੇਂ ਕਿ ਸੋਨਾ, ਚਾਂਦੀ, ਹੀਰੇ ਮੋਤੀ, ਜ਼ਮੀਨ ਜਾਇਦਾਦ ਇਦਾਂ ਦੀਆਂ ਠੋਸ ਚੀਜ਼ਾਂ ਤੋਂ ਇਨਸਾਨ ਦੂਰ ਹੋ ਚੁੱਕਿਆ ਹੈ, ਬਲਕਿ ਇਨਸਾਨ ਉਹ ਚੀਜ਼ ਦੇ ਪਿੱਛੇ ਦੌੜ ਰਿਹਾ ਹੈ ਜਿਸ ਦਾ ਕੋਈ ਅਤਾ ਪਤਾ ਨਹੀਂ। ਅਸੀਂ ਆਮ ਤੌਰ ਤੇ ਦੇਖਿਆ ਹੈ ਕਿ ਸਾਡੇ ਬਜ਼ੁਰਗਾਂ ਦੇ ਸਮੇਂ ਜੋ ਰੁਪਏ, ਸਿੱਕੇ ਤੇ ਨੋਟ ਚੱਲਦੇ ਸੀ ਉਹ ਅੱਜ ਨਹੀਂ ਚੱਲਦੇ। ਅੱਜ ਕੁਝ ਹੋਰ ਚੱਲ ਰਿਹਾ ਤੇ ਸਾਡੇ ਸਮੇਂ ਦੇ ਵਿੱਚ ਜੋ 500 1000 ਦੇ ਨੋਟ ਚੱਲਦੇ ਸੀ ਉਹ ਵੀ ਨਹੀਂ ਚੱਲ ਰਹੇ। ਮਤਲਬ ਇਹ ਕਿ ਜਿਹੜੇ ਹੁਣ ਸਾਡੇ ਕੋਲ ਨੇ ਇਹ ਕੱਲ ਨੂੰ ਚੱਲਣਗੇ ਕਿ ਨਹੀਂ ਚੱਲਣਗੇ ਇਸ ਦਾ ਵੀ ਕੁਝ ਪਤਾ ਨਹੀਂ। ਪਰ ਜੋ ਸੋਨਾ, ਚਾਂਦੀ, ਹੀਰੇ ਮੋਤੀ ਉਦੋਂ ਸੀ ਉਹ ਅੱਜ ਵੀ ਨੇ ਤੇ ਉਹਨਾਂ ਦੀ ਜੋ ਕੀਮਤ ਉਦੋਂ ਸੀ ਉਹਨਾਂ ਨਾਲੋਂ ਦੁੱਗਣੀ ਅੱਜ ਵੀ ਹੈ। ਤੇ ਤੁਸੀਂ ਇਹ ਤਾਂ ਸਮਝ ਚੁੱਕੇ ਹੋਵੋਗੇ ਕਿ ਇਨਸਾਨ ਗੁਲਾਮ ਕਿਵੇਂ ਬਣਦਾ ਜਾ ਰਿਹਾ ਹੈ ਹੌਲੀ-ਹੌਲੀ, ਕਿਉਂਕਿ ਉਸ ਕੋਲ ਕੋਈ ਠੋਸ ਚੀਜ਼ ਨਹੀਂ ਹੈ ਆਪਣੇ ਆਪ ਨੂੰ ਸਰਵਾਈਵ ਕਰਨ ਲਈ। ਤੇ ਜਿਸ ਆਦਮੀ ਦੇ ਦਿਮਾਗ ਵਿੱਚ ਇਹ ਹੁਸ਼ਿਆਰੀ ਆਈ ਸੀ ਉਸ ਦਾ ਨਾਮ ਸੀ ਮੇਅਰ ਐਮਸੀਜ਼ ਤੇ ਇਸ ਇਨਸਾਨ ਦਾ ਜਨਮ 23 ਫਰਵਰੀ 1740 ਵਿੱਚ ਜਰਮਨੀ ਵਿੱਚ ਹੋਇਆ ਸੀ ਤੇ ਉਸ ਬੰਦੇ ਨੇ ਬੈਂਕ ਦੀ ਸਥਾਪਨਾ ਕੀਤੀ ਸੀ ਤੇ ਉਸ ਨੂੰ ਸਮਝ ਆ ਗਿਆ ਸੀ ਕਿ ਜੋ ਇਹ ਕਨਸੈਪਟ ਲੋਕਾਂ ਨੂੰ ਫਰਜ਼ੀ ਰਸੀਦ ਬਣਾ ਕੇ ਦੇਣ ਵਾਲਾ ਇਹ ਉਸ ਨੂੰ ਬਹੁਤ ਹੀ ਅਮੀਰ ਬਣਾ ਸਕਦਾ ਹੈ। ਅਮੀਰ ਹੀ ਨਹੀਂ ਬਲਕਿ ਬਾਦਸ਼ਾਹ ਬਣਾ ਸਕਦਾ ਹੈ। ਤੇ ਲੋਨ ਦੇ ਕੇ ਤੇ ਉਸ ਤੋਂ ਵਿਆਜ ਲੈ ਕੇ ਆਪ ਖੁਦ ਬਾਦਸ਼ਾਹ ਬਣ ਜਾਣ ਵਾਲਾ ਇਹ ਕਨਸੈਪਟ ਬਹੁਤ ਖਤਰਨਾਕ ਸੀ। ਇੱਕ ਤਰ੍ਹਾਂ ਆਪਣੇ ਆਪ ਹੀ ਮਨੀ ਕ੍ਰੀਏਟ ਕਰਨ ਵਾਲਾ ਕਨਸੈਪਟ ਸੀ ਤੇ ਉਸਨੇ ਸੋਚਿਆ ਕਿ ਜੇਕਰ ਮੈਂ ਹੀ ਫਰਜ਼ੀ ਰਸੀਦਾਂ ਛਾਪ ਕੇ ਪੂਰੀ ਦੁਨੀਆ ਵਿੱਚ ਇੱਕ ਕਨਸੈਪਟ ਨੂੰ ਚਲਾਵਾਂ ਤੇ ਮੈਂ ਬਹੁਤ ਵੱਡਾ ਬਾਦਸ਼ਾਹ ਬਣ ਸਕਦਾ ਹਾਂ। ਤੇ ਅੱਜ ਉਹ ਸੱਚਮੁੱਚ ਬਾਦਸ਼ਾਹ ਬਣ ਚੁੱਕਿਆ ਹੈ ਕਿਉਂਕਿ ਉਸਨੇ ਦਿਮਾਗ ਹੀ ਬਹੁਤ ਲੀਗਲੀ ਤਰੀਕੇ ਨਾਲ ਲਾਇਆ।
ਇਹ ਫਿਰ ਪੂਰੀ ਦੁਨੀਆ ਦੇ ਵਿੱਚ ਕਿਵੇਂ ਗੇਮ ਆਈ ਇਸ ਬਾਰੇ ਵੀ ਥੋੜੀ ਜਿਹੀ ਨਜ਼ਰ ਮਾਰਦੇ ਹਾਂ। ਅਤੇ ਉਸ ਦੇ ਕੋਲ 5 ਬੱਚੇ ਸੀ, ਮਤਲਬ ਉਸ ਦੇ 5 ਬੱਚੇ ਸੀ, ਨੇਥਨ, ਸੋਲੇਮਨ, ਕਾਰਨ, ਜੇਮਸ ਤੇ ਐਮਚਨ। ਤੇ ਉਹਨਾਂ ਵਿੱਚੋਂ ਇੱਕ ਨੂੰ ਇੰਗਲੈਂਡ ਭੇਜਿਆ, ਇੱਕ ਨੂੰ ਆਸਟ੍ਰੇਲੀਆ, ਇੱਕ ਨੂੰ ਇਟਲੀ ਤੇ ਇੱਕ ਨੂੰ ਫਰਾਂਸ ਪੈਰਿਸ ਦੇ ਵਿੱਚ ਭੇਜਿਆ ਤੇ ਇੱਕ ਨੂੰ ਆਪਣੇ ਕੋਲ ਹੀ ਰੱਖ ਲਿਆ। ਤੇ ਉਹਨਾਂ ਸਾਰੀਆਂ ਥਾਵਾਂ ਤੇ ਜਾ ਕੇ ਫਿਰ ਉਹਨਾਂ ਨੇ ਬੈਂਕ ਖੋਲ ਦਿੱਤੇ। ਫਿਰ ਸਾਰੀ ਪਾਵਰ ਬੈਂਕਾਂ ਦੇ ਕੋਲ ਚਲੀ ਗਈ ਤੇ ਇਸ ਤੋਂ ਬਾਅਦ ਸੋਨਾ ਚਾਂਦੀ ਤੋਂ ਇਲਾਵਾ ਇੱਕ ਸੌਖੀ ਚੀਜ਼ ਦੁਨੀਆ ਕੋਲ ਆ ਗਈ, ਜਿਸ ਨੂੰ ਅਸੀਂ ਨੋਟਾਂ ਦੇ ਰੂਪ ਵਿੱਚ ਦੇਖਦੇ ਹਾਂ। ਤੇ ਅੱਜ ਹਰ ਇੱਕ ਕੋਲ ਸੋਨਾ ਚਾਂਦੀ ਨਹੀਂ ਹੋਵੇਗਾ ਜਾਂ ਫਿਰ ਬਹੁਤ ਹੀ ਘੱਟ ਹੋਵੇਗਾ, ਪਰ ਪੈਸੇ ਹਰ ਇੱਕ ਘਰ ਦੇ ਵਿੱਚ ਜ਼ਰੂਰ ਹੁੰਦੇ ਨੇ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਸ਼ਾਤਰ ਦਿਮਾਗ ਲਗਾਏ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ। ਉਸ ਸਮੇਂ ਕੋਈ ਐਂਟਰਟੇਨਮੈਂਟ ਇੰਡਸਟਰੀ, ਕੋਈ ਫੈਸ਼ਨ ਨਹੀਂ ਸੀ। ਉਸ ਸਮੇਂ ਜੇਕਰ ਕਮਾਈ ਹੁੰਦੀ ਸੀ ਤਾਂ ਉਹ ਸਿਰਫ ਵਾਰਸ ਤੋਂ ਹੁੰਦੀ ਸੀ ਤੇ ਉਦੋਂ ਇਹ ਲੋਕ ਜੰਗ ਕਰਵਾਉਂਦੇ ਹੁੰਦੇ ਸੀ ਆਪਸ ਦੇਸ਼ਾਂ ਦੇ ਵਿੱਚ। ਇੱਕ ਉਦਾਹਰਨ ਦਿੰਦੇ ਆ, ਜਦੋਂ ਫਰਾਂਸ ਤੇ ਇੰਗਲੈਂਡ ਦਾ ਯੁੱਧ ਹੋਇਆ ਸੀ ਤੇ ਉਦੋਂ ਫਰਾਂਸ ਤੇ ਨੈਪੋਲੀਅਨ ਨੂੰ ਜੇਮਸ ਸਟਰੌਥ ਦੀ ਬੈਂਕ ਤੋਂ ਫੰਡ ਦਿੱਤਾ ਗਿਆ ਸੀ। ਇੰਗਲੈਂਡ ਵੱਲੋਂ ਨੇਥਨ ਦੀ ਬੈਂਕ ਨੂੰ ਉੱਥੋਂ ਦੇ ਰਾਜੇ ਬਿਲਿੰਗ ਨੂੰ ਫੰਡ ਕੀਤਾ ਗਿਆ ਸੀ ਤੇ ਤੁਸੀਂ ਲੜੋ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ, ਅਸੀਂ ਤੁਹਾਨੂੰ ਫੰਡ ਦੇਵਾਂਗੇ। ਤੇ ਜਦ ਕਿ ਨੇਥਨ ਤੇ ਜੇਮਸ ਦੋਨੋਂ ਹੀ ਭਰਾ ਸੀ। ਇਹ ਫੈਮਿਲੀ ਆਮ ਬੰਦਿਆਂ ਨੂੰ ਨਹੀਂ ਬਲਕਿ ਵੱਡੇ ਵੱਡੇ ਦੇਸ਼ਾਂ ਨੂੰ ਆਪਸ ਵਿੱਚ ਲੜਾਉਂਦੀ ਸੀ। ਤੇ ਹੁਣ ਜੰਗ ਵਿੱਚ ਕੋਈ ਦੇਸ਼ ਹਾਰੇ ਜਾਂ ਜਿੱਤੇ, ਫਾਇਦਾ ਤਾਂ ਰੌਥਸ਼ਾਇਲਡ ਫੈਮਿਲੀ ਨੂੰ ਹੀ ਹੋਣਾ ਹੁੰਦਾ ਸੀ, ਕਿਉਂਕਿ ਜਿੱਤਿਆ ਹੋਇਆ ਦੇਸ਼ ਹਾਰੇ ਹੋਏ ਦੇਸ਼ ਨੂੰ ਗੁਲਾਮ ਬਣਾ ਲੈਂਦਾ ਸੀ ਤੇ ਜਿੱਤਿਆ ਦੇਸ਼ ਇਹਨਾਂ ਦਾ ਫੰਡ ਕਰਦਾ ਸੀ। ਇਹਨਾਂ ਕਾਰਨਾਂ ਤੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਣਾ ਲਿਆ ਸੀ ਤੇ ਪਿਛਲੇ 200 ਸਾਲਾਂ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹਨਾਂ ਵਿੱਚੋਂ ਸਭ ਤੋਂ ਵੱਡੀ ਗੇਮ ਸੀ ਇਹਨਾਂ ਦੀ ਵਰਲਡ ਵਾਰ 1-2 ਦੇ ਵਿੱਚ। ਤੇ ਇਹਨਾਂ ਨੇ ਇਸ ਵਰਲਡ ਵਾਰ ਨੂੰ ਜਦੋਂ ਕਰਵਾਇਆ ਉਸ ਵਿੱਚ ਜਿੰਨਾ ਵੀ ਅਸਲਾ ਭੇਜਿਆ ਗਿਆ ਇਹ ਆਮ ਇਨਸਾਨ ਦੀ ਸੋਚ ਤੋਂ ਵੀ ਬਹੁਤ ਦੂਰ ਦੀ ਗੱਲ ਹੈ। ਸੋ ਹੁਣ ਤੁਹਾਨੂੰ ਸ਼ਾਇਦ ਥੋੜਾ ਸਮਝ ਆ ਗਿਆ ਹੋਵੇਗਾ ਕਿ ਦੇਸ਼ਾਂ ਦੀ ਲੜਾਈ ਪਿੱਛੇ ਬਹੁਤ ਸਾਰੇ ਮਾਸਟਰਮਾਈਂਡ ਨੇ ਤੇ ਉਹਨਾਂ ਨੂੰ ਕੀ ਫਾਇਦਾ ਹੁੰਦਾ ਹੈ। ਇਹ ਸਭ ਕਰਾ ਕੇ ਇਹ ਚੀਜ਼ਾਂ ਮੈਂ ਦੱਸਾਂਗੀ। ਤੇ ਹੁਣ ਚਾਈਨਾ ਵਿੱਚ ਕੋਈ ਸਮਾਨ ਵੇਚ ਰਿਹਾ ਹੈ ਜਾਂ ਫਿਰ ਇੰਡੀਆ ਦੇ ਵਿੱਚ ਵੇਚ ਰਿਹਾ ਹੈ, ਉਸ ਨੂੰ ਕੋਈ ਵੀ ਲੈਣਾ ਦੇਣਾ ਨਹੀਂ ਜੰਗ ਦੇ ਨਾਲ। ਵੇਚਣ ਵਾਲਾ ਵੇਚ ਰਿਹਾ ਤੇ ਖਰੀਦਣ ਵਾਲਾ ਖਰੀਦ ਰਿਹਾ। ਤੇ ਆਪਣੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ ਵੀ ਇਹ ਪੂਰੀ ਤਰ੍ਹਾਂ ਫੰਡ ਕਰਦੇ ਨੇ ਤੇ ਪੂਰੇ ਦਾ ਪੂਰਾ ਮੀਡੀਆ ਵੀ ਖਰੀਦ ਕੇ ਰੱਖਦੇ ਨੇ ਤੇ ਪੂਰੇ ਦਾ ਪੂਰਾ ਸਟਾਰ ਚੈਨਲ ਵੀ ਇਹਨਾਂ ਦਾ ਹੀ ਹੈ। ਸੋਨੀ ਚੈਨਲ ਵੀ, ਜਿਵੇਂ ਕਿ ਸੋਨੀ ਪਿਕਚਰ ਐਂਟਰਟੇਨਮੈਂਟ ਨਾਮ ਦੀ ਕੰਪਨੀ ਅਮਰੀਕਨ, ਉਹ ਵੀ ਇਹਨਾਂ ਦੀ ਹੀ ਹੈ। ਇਸ ਤੋਂ ਇਲਾਵਾ 21 ਸੈਂਚੁਰੀ ਫੋਕਸ ਨਾਮ ਦੀ ਇੱਕ ਅਮਰੀਕਨ ਮੀਡੀਆ ਕੰਪਨੀ ਜੋ ਸਟਾਰ ਚੈਨਲ ਚਲਾਉਂਦੀ ਹੈ ਪੂਰੇ ਏਸ਼ੀਆ ਦੇ ਵਿੱਚ, ਜਿਸ ਦੇ ਵਿੱਚ ਜਾਪਾਨ, ਚਾਈਨਾ ਅਤੇ ਆਪਣੇ ਨਾਲ ਹੋਰ ਕਈ ਦੇਸ਼ ਆ ਜਾਂਦੇ ਨੇ। ਸੋ ਕੁੱਲ ਮਿਲਾ ਕੇ ਬੈਂਕ, ਮੀਡੀਆ, ਸਰਕਾਰਾਂ ਸਭ ਇਹਨਾਂ ਦੇ ਅੰਡਰ ਹੀ ਆ ਜਾਂਦੀਆਂ ਨੇ। ਸੋ ਹੁਣ ਤੁਹਾਨੂੰ ਪਤਾ ਲੱਗਿਆ ਕਿ ਪੂਰੀ ਦੁਨੀਆ ਨੂੰ ਇਹ ਫੈਮਿਲੀ ਕਿੱਦਾਂ ਚਲਾਉਂਦੀ ਹੈ। ਇਹ ਤਾਂ ਹਜੇ ਮੈਂ ਤੁਹਾਨੂੰ ਇਸ ਦੇ ਬਾਰੇ ਥੋੜੀ ਜਾਣਕਾਰੀ ਦਿੱਤੀ ਹੈ ਕਿਉਂਕਿ ਸਾਡੇ ਕੋਲ ਸਮਾਂ ਘੱਟ ਹੈ ਤੇ ਅਗਲੇ ਐਪੀਸੋਡ ਦੇ ਵਿੱਚ ਮੈਂ ਇਸ ਨੂੰ ਅੱਗੇ ਕੰਟੀਨਿਊ ਕਰਾਂਗੀ ਤੇ ਤੁਹਾਨੂੰ ਇਸ ਫੈਮਿਲੀ ਦੇ ਬਾਰੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦਵਾਂਗੀ। ਸੋ ਤਦ ਤੱਕ ਦੇ ਲਈ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਰਹਿਣਾ ਆ ਔਰ ਇਸ ਨੂੰ ਇਦਾਂ ਹੀ ਪਿਆਰ ਕਰਦੇ ਰਹਿਣਾ ਆ ਔਰ ਇਸ ਦਾ ਇੰਤਜ਼ਾਰ ਕਰਨਾ ਆ। ਅਗਲੇ ਐਪੀਸੋਡ ਦੇ ਵਿੱਚ ਮੈਂ ਨਵੇਂ ਫੈਕਟ ਤੇ ਨਵੀਆਂ ਜਾਣਕਾਰੀਆਂ ਦੇ ਨਾਲ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੀ। ਤੇ ਜਾਂਦੇ ਜਾਂਦੇ ਉਹੀ ਗੱਲ ਕਿ ਲਾਈਟ ਜਗਾਓ, ਬੱਤੀ ਜਗਾਓ, ਚਾਹੇ ਦੋਨੋਂ ਨਾ ਜਗਾਓ ਪਰ ਦਿਮਾਗ ਦੀ ਬੱਤੀ ਨੂੰ ਜ਼ਰੂਰ ਜਗਾਓ। ਸੋ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦਿਮਾਗ ਦੀ ਬੱਤੀ ਨੂੰ ਤੁਸੀਂ ਦੇਖਦੇ ਰਹਿਣਾ ਤੇ ਪਿਆਰ ਕਰਦੇ ਰਹਿਣਾ ਤੇ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।